फैमिली प्रैक्टिस ਦੇ ਮੁਤਲਕ ਬਹੁਤ ਸਾਰੀ ਜਾਣਕਾਰੀ ਸਾਡੇ ਕੋਲੇ ਅੱਧ ਪਚੱਧੀ ਹੈ ਔਰ ਅੱਧੀ ਅਧੂਰੀ ਹੈ ਕਿਉਂਕਿ ਸਾਨੂੰ ਆਪਣਾ ਦਰਦ ਦਿੰਦਾ, ਸਾਨੂੰ ਆਪਣੀਆਂ ਮੁਸ਼ਕਲਾਂ ਦਿੰਦੀਆਂ ਨੇ ਕਿ ਸਾਡੇ ਕੋਲ ਡਾਕਟਰ ਨਹੀਂ ਹੈ, ਸਾਨੂੰ ਡਾਕਟਰ ਦੇ ਆਫਿਸ ਜਾ ਕੇ ਵੇਟ ਕਰਨੀ ਪੈਂਦੀ ਹੈ, ਸਾਨੂੰ ਕਈ ਕਿਸਮ ਦੇ ਪ੍ਰੋਸੀਜਰ ਦੀ ਖਾਤਰ ਮਹੀਨਿਆਂ ਬੱਧੀ ਵੇਟ ਕਰਨੀ ਪੈਂਦੀ ਹੈ। ਪੈਂਡੈਮਿਕ ਨੇ ਹਾਲਾਤ ਹੋਰ ਵੀ ਵਿਗਾੜ ਦਿੱਤੇ ਨੇ। ਲੇਕਿਨ ਅਸਲ ਤਸਵੀਰ ਕੀ ਹੈ, ਇਹਦੀ ਖਾਤਰ ਮੈਂ ਅੱਜ ਵਿਸ਼ੇਸ਼ ਬੇਨਤੀ ਕੀਤੀ ਹੈ। ਤੁਹਾਡੇ ਸਭ ਦੀ ਜਾਣੀ ਪਛਾਣੀ ਆਵਾਜ਼, ਭਾਈਚਾਰੇ ਦੀ ਸਨਮਾਨਯੋਗ ਸ਼ਖਸੀਅਤ, ਸਾਬਕਾ MLA, ਸਾਬਕਾ ਮੰਤਰੀ, ਬਹੁਤ ਹੀ ਸਤਿਕਾਰਯੋਗ ਡਾਕਟਰ ਗੁਲਜ਼ਾਰ ਸਿੰਘ ਚੀਮਾ ਹੁਣੀ ਸਟੂਡੀਓ 'ਚ ਪਹੁੰਚੇ ਹੋਏ ਨੇ। ਇਹ ਉਹਨਾਂ ਦੀ ਨਿੱਜੀ ਕਹਾਣੀ ਨਹੀਂ ਹੈ, ਬਾਈ ਦ ਵੇ ਪਹਿਲਾਂ ਦੱਸ ਦਿਆਂ। ਦਿਸ ਇਜ਼ ਨਾਟ ਅ ਪੋਲੀਟੀਕਲ ਟਾਕ ਐਜ਼ ਵੈਲ। ਕੋਈ ਸਿਆਸੀ ਗੱਲਬਾਤ ਨਹੀਂ ਹੈ, ਨਾ ਉਹਨਾਂ ਦੀ ਕੋਈ ਨਿੱਜੀ ਮੁਸ਼ਕਿਲ ਹੈ। ਲੇਕਿਨ ਉਹ ਇਸ ਗੱਲ ਤੋਂ ਖਫਾ ਨੇ ਕਿ ਮਿਸਕਨਸੈਪਸ਼ਨ ਬਹੁਤ ਨੇ। ਉਹ ਸਾਰੇ ਭਰਮ ਭੁਲੇਖਿਆਂ ਤੋਂ ਪਰਦਾ ਚੁੱਕਣ ਦੇ ਲਈ ਅੱਜ ਵਿਸ਼ੇਸ਼ ਕਰਕੇ ਸਟੂਡੀਓ 'ਚ ਪਹੁੰਚੇ ਨੇ। ਡਾਕਟਰ ਸਾਹਿਬ ਨੂੰ ਫਤਿਹ ਬੁਲਾਉਣੇ। ਡਾਕਟਰ ਸਾਹਿਬ ਜੀ, ਜੀ ਆਇਆਂ ਨੂੰ ਵੈਲਕਮ। ਸਭ ਤੋਂ ਪਹਿਲਾਂ ਤਾਂ ਜਸਬੀਰ, ਤੁਹਾਨੂੰ ਅਤੇ ਤੁਹਾਡੇ ਸਾਰੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਅਤੇ ਪ੍ਰੋਗਰਾਮ ਤੁਹਾਡੇ ਦੇਖਣ ਵਾਲਿਆਂ ਨੂੰ ਤੁਹਾਡੇ ਚੈਨਲ 'ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੱਜ ਜਿਹੜੀ ਸਾਡੀ ਵਾਰਤਾਲਾਪ ਹੋਣੀ ਹੈ, ਮੈਂ ਇਹਦੇ ਵਿੱਚ ਐਕਸਪਲੇਨ ਕਰਨਾ ਸਾਰਾ ਕਿ ਇੱਕ ਪਰਸਪੈਕਟਿਵ ਹੈ ਜਿਹੜਾ ਫੈਮਿਲੀ ਮੈਡੀਸਨ ਦਾ ਜਾਂ ਹੈਲਥ ਕੇਅਰ ਦਾ, ਇੱਕ ਜਿਹੜਾ ਪਰਸਪੈਕਟਿਵ ਹੈ ਉਹ ਮੇਰਾ ਬੇਸਡ ਔਨ ਦਾ ਫੈਕਟਸ ਅਤੇ ਇਮੋਸ਼ਨਸ 'ਤੇ ਨਹੀਂ ਹੈਗਾ, ਅਤੇ ਲੌਜਿਕ ਦੇ ਤੌਰ 'ਤੇ ਜੋ ਮੈਂ 42 ਸਾਲਾਂ ਦੇ ਵਿੱਚ ਜਦੋਂ ਦਾ ਮੈਂ ਕੈਨੇਡਾ 'ਚ ਐਂਟਰ ਹੋਇਆ ਮੈਂ ਦੇਖਿਆ ਜੀ, ਅਤੇ ਪਲੱਸ ਜਿਹੜਾ ਮੇਰਾ ਆਪਣਾ ਐਕਸਪੀਰੀਅੰਸ ਹੈ ਐਜ਼ ਏ ਫਿਜ਼ੀਸ਼ੀਅਨ ਜਾਂ ਐਜ਼ ਏ ਹੈਲਥ ਕੇਅਰ ਪ੍ਰੋਵਾਈਡਰ ਔਰ ਐਜ਼ ਏ ਹੈਲਥ ਕੇਅਰ ਪਾਲਿਸੀ ਮੇਕਰ ਔਰ ਐਜ਼ ਏ ਕਮਿਊਨਿਟੀ ਪਰਸਨ ਹੂ ਇਜ਼ ਇਨਵੋਲਵਡ ਵਿਦ ਐਵਰੀ ਲੈਵਲ ਆਫ ਦੀ ਕਮਿਊਨਿਟੀ। ਮੈਂ ਸਮਝਦਾ ਕਿ ਇਹ ਜਿਹੜੀ ਫੈਮਿਲੀ ਡਾਕਟਰਾਂ ਦੇ ਬਾਰੇ 'ਚ ਬਹੁਤ ਗਲਤ ਫਹਿਮੀ ਹੈ ਬਾਹਰ, ਅਤੇ ਇਹ ਵੀ ਹੈਗਾ ਵੀ ਕਈ ਮਿਸਕਨਸੈਪਸ਼ਨ ਦੇ ਨਾਲ ਜਿਹੜਾ ਨਾ ਉਹ ਸਮਝਦੇ ਨੇ ਕਿ ਇਹ ਤਾਂ ਇੱਕ ਐਵੇਂ ਨੇ ਹੁਣ ਜਿਹੜਾ ਇੱਕ ਹੁੰਦਾ ਸੀ ਕਿ ਇੱਕ ਦੁਨੀਆ ਦੇ ਵਿੱਚ ਹੁੰਦਾ ਸੀ ਵੀ ਡਾਕਟਰ ਬਣਨਾ, ਤੁਹਾਡੇ ਮਾਂ-ਬਾਪ ਨੇ ਕਹਿਣਾ ਵੀ ਤੁਹਾਨੂੰ ਡਾਕਟਰ ਬਣਨਾ ਚਾਹੀਦਾ, ਜਾਂ ਇੰਜੀਨੀਅਰ ਬਣੋ, ਜਾਂ ਵੈਟਨਰੀ ਡਾਕਟਰ ਬਣੋ, ਜਾਂ ਲਾਇਰ ਬਣੋ, ਜਾਂ ਬੈਂਕਰ ਬਣੋ। ਅਤੇ ਖਾਸ ਕਰਕੇ ਡਾਕਟਰ ਦੀ ਖਾਸ ਕਰਕੇ ਜਿੱਥੋਂ ਅਸੀਂ ਆਏ ਹਾਂ, ਜਾਂ ਹੁੰਦਾ ਸੀ ਮੈਡੀਸਨ ਜਾਓ ਜਾਂ ਆਰਮੀ ਜਾਓ ਜੀ। ਸੋ ਉਹ ਜਿਹੜਾ ਉਹੀ ਚੱਕਰ ਦੇ ਵਿੱਚ ਲੋਕੀ ਆਪਣੇ ਬੱਚਿਆਂ ਨੂੰ ਮੈਡੀਸਨ 'ਚ ਭੇਜਦੇ ਸੀ। ਕੈਨੇਡਾ 'ਚ ਵੀ ਲੋਕ ਮੈਡੀਸਨ ਇਸੇ ਕਰਕੇ, ਕੋਈ ਪੈਸ਼ਨ ਕਰਕੇ ਕਰਦਾ, ਕੋਈ ਹਰ ਇੱਕ ਦਾ ਆਪਣਾ ਤਰੀਕਾ ਵੀ ਕਿਉਂ ਮੈਡੀਸਨ 'ਚ ਜਾਣਾ ਚਾਹੁੰਦਾ। ਪਰ ਮੈਡੀਸਨ ਦਾ ਵਿੱਚ ਜਾਣ ਤੋਂ ਬਾਅਦ ਜਿਹੜੀਆਂ ਗੱਲਾਂ ਆਉਂਦੀਆਂ ਨੇ ਜਾਂ ਜਿਹੜਾ ਆਮ ਲੋਕਾਂ ਨੂੰ ਨਹੀਂ ਪਤਾ, ਉਹਦੇ ਬਾਰੇ ਮੈਂ ਐਕਸਪਲੇਨ ਕਰਨੀ ਚਾਹੁੰਦਾ। ਗੱਲ ਪਹਿਲੀ ਗੱਲ ਤਾਂ ਹੈ ਕਿ ਤੁਸੀਂ ਸਾਰੀਆਂ ਗੱਲਾਂ ਸੁਣਦੇ ਪਏ BC ਵਿੱਚ ਕੋਈ 9 ਲੱਖ ਬੰਦਿਆਂ ਕੋਲ ਫੈਮਿਲੀ ਡਾਕਟਰ ਨਹੀਂ ਹੈਗਾ ਜੀ। ਕੈਨੇਡਾ ਵਿੱਚ ਡਾਕਟਰ ਦੀ ਸ਼ਾਰਟੇਜ ਹੈ, ਈਸਟਰਨ ਪ੍ਰੋਵਿੰਸ ਦੇ ਵਿੱਚ ਡਾਕਟਰ ਦੀ ਸ਼ਾਰਟੇਜ ਹੈ, ਸੈਂਟਰਲ ਪਾਰਟ ਦੇ ਵਿੱਚ ਸ਼ਾਰਟੇਜ ਹੈ। ਕਿਤੇ ਡਾਕਟਰ ਤੁਹਾਨੂੰ 2-2, 3-3 ਹਫ਼ਤੇ ਵੇਟ ਕਰਨੀ ਪੈਂਦੀ, ਈਵਨ ਫੋਨ ਕਾਲ ਕਰਕੇ। ਜੇ ਤੁਸੀਂ ਚਲੇ ਵੀ ਜਾਂਦੇ ਹੋ, ਫੋਨ ਵੀ ਕਰੋ ਕਿਸੇ ਵੀ ਡਾਕਟਰ ਦੇ ਆਫਿਸ 'ਚ, ਨੋ ਪਰਟੀਕੂਲਰ ਇਨਕਲੂਡਿੰਗ ਮੇਰਾ ਵੀ, ਮੇਰੇ ਆਫਿਸ ਦਾ ਵੀ ਸੇਮ ਹੀ ਹਾਲ ਹੈ ਕਿ ਫੋਨ ਕਰੋਗੇ ਅਤੇ ਉਹਨਾਂ ਕਹਿਣਾ ਲਾਈਨ 1 ਹੋਲਡ ਕਰੋ, ਲਾਈਨ 2 ਹੋਲਡ ਕਰੋ, ਲਾਈਨ 3 'ਤੇ ਜਾਓ, ਲਾਈਨ 4 'ਤੇ ਜਾਓ। ਇਹ ਜਿਹੜਾ ਕੰਮ ਹੈ ਨਾ, ਸਿਸਟਮ ਕੰਪਲੀਕੇਸ਼ਨ ਬੜੀਆਂ ਵੱਧ ਗਈਆਂ ਨੇ। ਹੌਸਪੀਟਲ ਤੁਸੀਂ ਫੋਨ ਕਰੋ ਅਤੇ ਡਾਇਰੈਕਟਲੀ ਤੁਹਾਨੂੰ ਇੱਕ ਲਾਈਨ ਮਿਲਣੀ ਹੈ, ਜਦੋਂ ਤੁਹਾਨੂੰ ਵਾਪਸ ਫੋਨ ਕਰਦੇ ਨੇ ਉਹਨਾਂ ਦਾ ਫ਼ੋਨ ਨੰਬਰ ਹੀ ਹੋ ਰਿਹਾ। ਸੋ ਇਹ ਜਿਹੜਾ ਨਾ ਫੈਮਿਲੀ ਡਾਕਟਰ ਦੇ ਜਿਹੜੀ ਟ੍ਰੇਨਿੰਗ ਦੇ ਬਾਰੇ ਮੈਂ ਪਹਿਲੀ ਗੱਲ ਦੱਸਣਾ ਚਾਹੁੰਦਾ। ਕੈਨੇਡਾ ਵਿੱਚ ਹੁਣ ਜਿੰਨੇ 12-13 ਮੈਡੀਕਲ ਸਕੂਲ ਨੇ, BC ਦੇ ਵਿੱਚ ਵੀ ਜਿਹੜੇ ਮੈਡੀਕਲ ਸਕੂਲ ਨੇ, ਨਾਰਦਰਨ ਮੈਡੀਕਲ ਕਾਲਜ ਅਤੇ ਜਿਹੜਾ ਆਪਣਾ UBC ਦਾ ਅਤੇ ਓਕਾਨਾਗਨ ਦਾ ਜਿਹੜਾ ਸਿਸਟਮ ਹੈ ਸਾਰਾ ਮੈਡੀਕਲ ਸਕੂਲ ਦਾ, ਇਹ ਵੀ 2001 ਦੇ ਵਿੱਚ ਪ੍ਰੀਮੀਅਰ ਕੈਂਪਬੈਲ ਦੀ ਗਵਰਨਮੈਂਟ ਦੇ ਟਾਈਮ ਦੇ ਵਿੱਚ ਐਕਸਪੈਂਸ਼ਨ ਇਹਦੀ ਹੋਈ ਸੀ ਜੀ। ਸੋ ਉਹ ਜਿਹੜੇ ਗ੍ਰੈਜੂਏਟ ਜਿਹੜੇ ਨਾ, ਜਦੋਂ ਤੁਸੀਂ 4 ਸਾਲ ਦੇ ਬਾਅਦ 1 ਸਾਲ ਇੰਟਰਨਸ਼ਿਪ ਕਰਨੀ ਹੈ, ਫਿਰ 2 ਸਾਲ ਹੈਗਾ ਤੁਹਾਡਾ ਰੈਜ਼ੀਡੈਂਸੀ ਦਾ ਪ੍ਰੋਗਰਾਮ, ਇਹ ਨਾਰਮਲ ਹੈ ਫੈਮਿਲੀ ਡਾਕਟਰ ਬਣਨ ਵਾਸਤੇ। ਜਾਂ ਫਿਰ ਤੁਸੀਂ ਉਹ ਕਰੋ 2 ਸਾਲ ਦੀ 1 ਸਾਲ ਇੰਟਰਨਸ਼ਿਪ ਜਾਂ ਕੋਈ ਰੈਜ਼ੀਡੈਂਸੀ 1 ਸਾਲ ਕਿਸੇ ਵੀ ਸਬਜੈਕਟ ਦੇ ਵਿੱਚ। ਪਰ ਫੈਮਿਲੀ ਮੈਡੀਸਨ ਦੀ ਰੈਜ਼ੀਡੈਂਸੀ ਪ੍ਰੈਫਰ ਕਰਦੇ ਨੇ ਕਰੋ। ਫਿਰ ਤੁਹਾਨੂੰ ਐਗਜ਼ਾਮ ਪਾਸ ਕਰਨਾ ਪੈਂਦਾ। ਐਗਜ਼ਾਮ ਪਾਸ ਕਰਨ ਦੇ ਬਾਅਦ ਜਿਹੜਾ ਨਾ ਤੁਹਾਨੂੰ ਲਾਇਸੈਂਸ ਦੀ ਰਿਕੁਆਇਰਮੈਂਟ ਹੁੰਦੀ ਹੈ, ਉਹ ਕੁਦਰਤ ਵੱਲੋਂ ਤੁਹਾਨੂੰ ਪੂਰੀ ਕਰਨੀ ਪੈਂਦੀ ਹੈ। ਉਹਦੇ ਬਾਰੇ ਮੈਂ ਗੱਲ ਨਹੀਂ ਕਰਨੀ, ਉਹ ਸਟੈਂਡਰਡ ਮੇਨਟੇਨ ਕਰਨਾ ਪੈਂਦਾ ਸਾਰੇ ਕੰਟਰੀ ਵਿੱਚ। ਹਰ ਇੱਕ ਪ੍ਰੋਵਿੰਸ ਦੇ ਵਿੱਚ ਥੋੜ੍ਹਾ ਬਹੁਤਾ ਫਰਕ ਹੈ, ਮੋਸਟਲੀ ਸੇਮ ਹੀ ਸਟੈਂਡਰਡ ਹੈਗਾ। ਅਤੇ ਬਾਕੀ ਇਹ ਤਾਂ ਹੈਗਾ ਕੈਨੇਡਾ ਦੇ ਵਿੱਚ ਜਦੋਂ ਫੈਮਿਲੀ ਡਾਕਟਰ ਆਉਂਦਾ 4 ਸਾਲ
ਪਹਿਲਾਂ ਉਹਨੇ BSc ਕਰਨੀ ਹੈ, ਫਿਰ 4 ਸਾਲ ਉਹਨੇ ਮੈਡੀਸਨ ਕਰਨੀ ਹੈ, ਫਿਰ 3 ਸਾਲ ਉਹਨੇ ਹੋਰ ਲਾਣੇ। ਕਿੰਨੇ ਹੋ ਗਏ? 4 4 8 ਤੇ 3 11 ਸਾਲ ਹੋ ਗਏ। 11 ਸਾਲ ਪੜ੍ਹਾਈ ਤੋਂ ਬਾਅਦ ਜਿਹੜਾ ਉਸ ਟਾਈਮ ਦਾ ਜਿਹੜਾ ਖਰਚਾ, ਜਿਹੜਾ ਸਾਰਾ ਕੁਝ ਲੋਨ ਲੈ ਕੇ, ਕੁਝ ਮਾਂ-ਬਾਪ ਦੇ ਪੈਸੇ ਲੈ ਕੇ, ਕੋਈ ਬੈਂਕਾਂ ਤੋਂ, ਕੋਈ ਸੈਕੰਡ ਮਾਰਗੇਜ, ਕੋਈ ਫਸਟ ਮਾਰਗੇਜ ਲੈ ਕੇ ਤੇ ਡਾਕਟਰ ਬਣ ਕੇ ਆਉਂਦਾ ਬਾਹਰ। ਉਹਦੇ ਨਾਲ ਜਿਹੜਾ ਉਸ ਤੋਂ ਬਾਅਦ ਜਿਹੜਾ ਨਾ ਪ੍ਰੈਕਟਿਸ ਸ਼ੁਰੂ ਕਰਦਾ। ਇੱਕ ਟਾਈਮ ਸੀ ਵੀ ਤੁਹਾਨੂੰ ਜਿਹੜਾ ਸਾ ਬੜਾ ਸ਼ੌਕ ਹੁੰਦਾ ਸੀ, ਪੈਸ਼ਨ ਹੁੰਦਾ ਸੀ। ਪੈਸ਼ਨ ਲਿਮਿਟ ਤੱਕ ਹੁੰਦਾ, ਸ਼ੌਕ ਦਾ ਵੀ ਕੋਈ ਹੈਗੀ ਹੈ, ਕੋਈ ਲਿਮਿਟ ਹੈਗੀ ਹੈ, ਪਰ ਉਹ ਲਾਈਵਲੀਹੁੱਡ ਵੀ ਤਾਂ ਬੜੀ ਇੰਪੋਰਟੈਂਟ ਹੈ ਨਾ। ਇਕੱਲਾ ਤੁਸੀਂ ਆਪ ਸਬਸਿਡਾਈਜ਼ ਨਹੀਂ ਕਰ ਸਕਦੇ, ਜਾਂ ਤੁਸੀਂ ਜਿਹੜੀ ਤੁਹਾਡੀ ਇੰਟੈਲੈਕਚੁਅਲ ਕਪੈਸਿਟੀ, ਤੁਹਾਡਾ ਜਿਹੜਾ ਟਾਈਮ ਹੈ, ਤੁਹਾਡਾ ਜਿਹੜਾ ਐਫਰਟ ਹੈ, ਉਹਨੂੰ ਪੂਰਾ ਜੇ ਨਹੀਂ ਆਨਰ ਸਿਸਟਮ ਹੁੰਦਾ ਤੇ ਫਿਰ ਲੋਕੀ ਪਿੱਛੇ ਹਟ ਜਾਂਦੇ ਨੇ। ਸੋ ਫੈਮਿਲੀ ਮੈਡੀਸਨ ਦੇ ਵਿੱਚ 2-3 ਗੱਲਾਂ ਹੋਈਆਂ ਨੇ ਵੀ ਕਿਉਂ ਪ੍ਰੋਬਲਮ ਆ ਰਹੀ ਹੈ। ਪਹਿਲੀ ਗੱਲ ਤਾਂ ਵੀ ਜਿਹੜੇ ਡਾਕਟਰ ਰਿਟਾਇਰ ਹੋ ਗਏ, ਕਾਫੀ ਧਿਆਨ ਨਹੀਂ ਵੇਖਿਆ ਨਹੀਂ ਵੀ ਇਹਨਾਂ ਨੇ ਵੀ ਸਾਨੂੰ ਡਾਕਟਰਾਂ ਦੀ ਕਿੰਨੀ ਜ਼ਰੂਰਤ ਹੈ। ਸੈਕੰਡ ਪਾਰਟ ਸੀ ਵੀ ਜਿਹੜੀ ਪਾਪੂਲੇਸ਼ਨ ਆਪਣੀ ਵੱਧ ਗਈ, BC ਦੀ 5 ਮਿਲੀਅਨ ਤੋਂ ਪਹੁੰਚ ਗਈ, ਤੇ ਉਹ ਵੀ ਮੈਨੇਜ ਨਹੀਂ ਕੀਤਾ ਵੀ ਇਹ 5 ਮਿਲੀਅਨ ਲੋਕਾਂ ਨੂੰ ਇਨਫਰਾਸਟ੍ਰਕਚਰ ਦੀ ਰੋਜ਼ ਗੱਲ ਕਰਨੇ ਆ ਵੀ ਜਿਹੜਾ ਹੈਲਥ ਦਾ ਇਨਫਰਾਸਟ੍ਰਕਚਰ ਹੈ, ਜਿਹੜਾ ਪੁਆਇੰਟ ਆਫ ਐਂਟਰੀ ਹੈ ਫੈਮਿਲੀ ਡਾਕਟਰ, ਉਹਦਾ ਧਿਆਨ ਨਹੀਂ ਕੀਤਾ। ਉਹਦਾ ਜੋ ਵੀ ਸਿਸਟਮ ਸੀ, ਜਿਹੋ ਜਿਹੀਆਂ ਸਰਕਾਰਾਂ ਆਈਆਂ ਨੇ ਜਾਂ ਹੁਣ ਵੀ ਚੱਲਦਾ ਰਿਹਾ, ਇਹਨਾਂ ਦੇ ਵੱਸ ਦਾ ਵੀ ਰੋਗ ਨਹੀਂ ਪੂਰਾ ਕਿਸੇ ਦੇ, ਕਿਉਂਕਿ ਇਹਨੂੰ ਮੈਨੇਜ ਕਰਨ ਵਾਸਤੇ ਇੱਕ ਸੋਲੂਸ਼ਨ ਨਹੀਂ ਹੈਗਾ, ਨੰਬਰ ਆਫ ਵੇਜ਼ ਨੇ ਵੀ ਤੁਸੀਂ ਇਹਨੂੰ ਸੋਲਵ ਕਿਸ ਤਰ੍ਹਾਂ ਕਰਨਾ ਸੀ। ਤੇ ਫੈਮਿਲੀ ਡਾਕਟਰ ਦੀ ਜਿਹੜੀ ਇਨਕਮ ਹੈ ਉਹ ਪਿਛਲੇ ਸਾਲਾਂ ਤੋਂ ਸਟੈਗਨੈਂਟ ਹੀ ਹੈ, ਉਹ ਕੋਈ ਬਹੁਤੀ ਨਹੀਂ ਵਧੀ। ਫਿਰ ਵੀ BC ਦੇ ਵਿੱਚ ਥੋੜ੍ਹਾ ਬਹੁਤਾ ਜੇ ਤੁਸੀਂ ਕੰਪਲੈਕਸ ਕੇਅਰ ਪ੍ਰੋਵਾਈਡ ਕਰਦੇ ਹੋ, ਡਾਇਬੈਟਿਕ ਕੇਅਰ ਪ੍ਰੋਵਾਈਡ ਕਰਦੇ ਹੋ, ਪ੍ਰੋਵੀਜ਼ਨਸ ਹੈ ਨੇ ਕਿ ਤੁਸੀਂ ਆਪਣੇ ਰੈਵਨਿਊ ਵਧਾ ਸਕਦੇ ਹੋ। ਪਰ ਜਿਹੜਾ ਫੈਮਿਲੀ ਮੈਡੀਸਨ ਦਾ ਆਪਣੇ ਪ੍ਰੋਗਰਾਮ ਸੁਣਨ ਵਾਲਿਆਂ ਵਾਸਤੇ ਬੜਾ ਕੀ ਇੰਪੋਰਟੈਂਟ ਪਾਰਟ ਹੈ ਕਿ ਜਿਹੜੇ ਤੁਸੀਂ ਉਹਨਾਂ ਦੇ ਪੈਸੇ ਉਹ ਬਲੂ ਬੁੱਕ 'ਚ ਦੇਖਦੇ ਹੋ, ਉਹਨਾਂ ਦੀ ਜੇਬ 'ਚ ਨਹੀਂ ਜਾਂਦੇ। ਉਹਦੇ ਵਿੱਚੋਂ ਹੀ ਉਹ 40 ਤੋਂ 45% ਐਵਰੇਜ ਜਿਹੜਾ ਨਾ ਡਾਕਟਰ ਦਾ ਐਕਸਪੈਂਸ, ਉਹਦਾ ਖਰਚਾ। ਆਮ ਕਰਕੇ ਮੈਂ ਦੇਖਦਾ ਲੋਕਾਂ ਨੂੰ ਗੱਲਾਂ ਕਰਦੇ ਕਿ ਫਲਾਣਾ ਡਾਕਟਰ 8 ਲੱਖ ਬਣਾਉਂਦਾ ਹੈ, ਫਲਾਣਾ ਮਿਲੀਅਨ ਬਣਾਈ ਜਾਂਦਾ। ਉਹ ਸਾਰੀਆਂ ਗੱਲਾਂ ਨੇ, ਉਹ ਕਹਾਣੀਆਂ ਨੇ। ਉਸ ਮੈਂ ਫੈਮਿਲੀ ਡਾਕਟਰ ਦੀ ਗੱਲ ਕਰਨਾ ਪਿਆ। ਜਿਹੜੇ ਫੈਮਿਲੀ ਡਾਕਟਰਸ ਨੇ, ਕੱਲਾ ਜਿਹੜਾ ਨਾ 4 ਲੱਖ ਤੇ ਪਹੁੰਚੇਗਾ, ਜਸਟ ਐਨ ਐਗਜ਼ਾਮਪਲ, ਨੰਬਰ ਪਿਕ ਕਰ ਲਓ, ਉਹਦੇ ਵਿੱਚੋਂ 50% ਉਹਦਾ ਖਰਚਾ ਗਿਆ। 365 ਦਿਨ ਦੇ ਵਿੱਚੋਂ ਕਮ ਸੇ ਕਮ ਐਵਰੀ ਡੇ ਕੰਮ ਕਰਕੇ ਉਹਨੇ ਆਪਣਾ ਆਫਿਸ ਵੀ ਮੇਨਟੇਨ ਕਰਨਾ। ਬਿਜ਼ਨਸਮੈਨ ਤੇ ਹੈ ਨਹੀਂ, ਉਹ ਫਿਰ ਸਾਰੀ ਉਹਦੀ ਅਟੈਂਸ਼ਨ ਪ੍ਰੋਫਿਟ ਵਾਲੇ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹਦੇ ਵਿੱਚੋਂ ਵੀ ਕੰਪਲੀਕੇਸ਼ਨਸ ਆਈਆਂ, ਰੈਂਟ ਵੱਧ ਗਏ, ਜਿਹੜੀ ਮਹਿੰਗਾਈ ਵੱਧ ਗਈ, ਵੇਜਸ ਵੱਧ ਗਏ, ਹਰ ਤੀਜੇ ਮਹੀਨੇ ਬਾਅਦ ਤੇ ਵੇਜ ਵੱਧਦਾ ਪਿਆ। ਉਹ ਮੈਨੇਜ ਕਿਸ ਤਰ੍ਹਾਂ ਕਰਨਾ? ਕਿਸੇ ਨਾ ਕਿਸੇ ਨੇ ਤਾਂ ਪੇ ਕਰਨਾ ਅਲਟੀਮੇਟਲੀ। ਜਾਂ ਤਾਂ ਡਾਕਟਰ ਜਿਹੜੇ ਨੇ ਫੈਮਿਲੀ ਡਾਕਟਰ, ਉਹ ਫਿਰ ਕਹਿੰਦੇ ਨੇ ਵੀ ਇਹ ਸਾਡੇ ਵਾਸਤੇ ਰੋਗ ਨਹੀਂ ਹੈਗਾ। ਇਕੱਲੇ ਡਾਕਟਰ ਦਾ ਤਾਂ ਵੈਸੇ ਹੀ ਕੋਈ ਨਹੀਂ ਬਣਦਾ। ਫਿਰ ਹੁਣ ਜਿਸ ਤਰ੍ਹਾਂ ਆਮ ਤੌਰ 'ਤੇ 2-2 3-3 ਡਾਕਟਰ ਨੇ ਮੈਨੇਜ ਕਰਦੇ ਪਏ ਨੇ। ਸੋ ਉਹਦੇ ਨਾਲ ਫਿਰ ਵੀ ਇੰਨਾ ਨਹੀਂ ਮਾੜਾ ਵੀ ਤੁਸੀਂ ਇਹ 'ਚ ਪੂਰ ਹੋ। ਤੁਸੀਂ ਤੁਹਾਡੀ ਰੀਜ਼ਨੇਬਲ ਇਨਕਮ ਹੈਗੀ ਹੈ, ਪਰ ਇੰਨੀ ਨਹੀਂ ਇਨਕਮ ਵੀ ਜਿੰਨਾ ਲੋਕ ਸੋਚਦੇ ਨੇ। ਪਹਿਲੀ ਗੱਲ ਤਾਂ ਇਹ ਜਿਹੜਾ ਮਿਥ ਹੈ ਨਾ, ਇਹਨੂੰ ਕਲੀਅਰ ਕਰਨਾ ਪੈਣਾ ਵੀ। ਤੇ ਕਿਉਂਕਿ ਉਹ ਗੱਲ ਉਹਦੇ ਨਾਲ ਤੁਸੀਂ ਕੰਪੇਅਰ ਕਰ ਲਓ ਕਿ ਜੇ ਤੁਸੀਂ ਉਹੀ 7 ਸਾਲ ਆਪਣਾ ਗ੍ਰੇਡ 12 ਤੋਂ ਬਾਅਦ ਕਿਸੇ ਵੀ ਜੌਬ 'ਚ ਚਲੇ ਜਾਓ, ਤੁਸੀਂ ਆਪਣੀ ਕਈ ਓਪਰਚੁਨਿਟੀਜ਼ ਨੇ ਲੋਕਾਂ ਆਪਣਿਆਂ ਨੂੰ, ਤੁਹਾਨੂੰ ਉਹਦੇ ਵਿੱਚੋਂ ਬਹੁਤ ਜ਼ਿਆਦਾ ਫਾਇਦਾ। ਡੈਂਟਿਸਟਰੀ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਫਲੈਕਸੀਬਿਲਿਟੀ ਹੈ, ਲਾਅ ਕਰਕੇ ਜਾਂ ਇੰਜੀਨੀਅਰਿੰਗ ਕਰਕੇ, ਜਾਂ ਆਪਣਾ ਜਿਹੜਾ ਨਾ ਤੁਸੀਂ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਜਾ ਕੇ, ਇੰਸ਼ੋਰੈਂਸ ਏਜੰਸੀ ਦੇ ਵਿੱਚ ਜਾ ਕੇ, ਬ੍ਰੌਡਕਾਸਟਿੰਗ ਵਿੱਚ ਜਾ ਕੇ, ਸਾਰੇ ਪਾਸੇ ਡਿਫਰੈਂਟ ਵੇਜ਼ ਨੇ ਆਪਣੇ ਆਪ ਨੂੰ ਅੱਗੇ ਖੜਨ ਵਾਸਤੇ। ਪਰ ਇਹ ਜਿਹੜਾ ਫੈਮਿਲੀ ਮੈਡੀਸਨ ਦਾ ਕੰਮ ਹੈ, ਇਹ ਤਾਂ ਇੱਕ ਡਾਕਟਰ ਦੀ ਜਿੰਨੇ ਵੀ ਡਾਕਟਰ ਸੁਣਦੇ ਹੋਣਗੇ ਉਹਨਾਂ ਸਾਰਿਆਂ ਦੀ ਕਹਾਣੀ ਹੈ। ਉਹ ਪਰ ਹੋ ਸਕਦਾ ਉਹਨਾਂ ਕੋਲ ਕਈ ਨਹੀਂ ਹਿੰਮਤ ਕਰਦੇ ਜਾਂ ਉਹਨਾਂ ਕੋਲ ਟਾਈਮ ਨਹੀਂ। ਮੈਂ ਤਾਂ ਸਮਝਦਾ ਵੀ ਸਾਨੂੰ ਸਟੋਰੀ ਸ਼ੇਅਰ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਪਤਾ ਹੋਵੇ ਵੀ ਕੀ ਪ੍ਰੋਬਲਮ ਹੈ। ਆਪਣੇ ਕੋਲੇ ਖਬਰਾਂ ਤੋਂ ਪਹਿਲਾਂ 3-4 ਮਿੰਟ ਹੋਣਗੇ। ਮੈਂ ਚਾਹਾਂਗਾ ਕਿ ਜਿਵੇਂ ਤੁਸੀਂ ਸਾਰਾ ਅੰਦਰਲਾ ਸਾਰਾ ਹਾਲ ਬਿਆਨ ਕਰ ਰਹੇ ਹੋ, ਤੇ ਨਾਲ ਦੀ ਨਾਲ ਆਪਾਂ ਸਮਝਦੇ ਕਿ ਪ੍ਰੀਮੀਅਰਸ ਮੀਟ ਹੋ ਕੇ ਹਟੀ ਹੈ, ਉਹਦੇ ਵਿੱਚ ਵੀ ਇਹ ਮਾਮਲਾ ਦੁਬਾਰਾ ਫੇਰ ਆਇਆ ਕਿ ਉਹ ਫੈਡਰਲ ਸਰਕਾਰ ਤੋਂ ਪੈਸੇ ਮੰਗ ਰਹੇ ਨੇ। ਫੈਡਰਲ ਸਰਕਾਰ ਕਹਿੰਦੀ ਹੈ ਕਿ ਅਸੀਂ ਬਿਨਾਂ ਸਟ੍ਰਿੰਗਸ ਅਟੈਚ ਕੀਤੇ ਪੈਸੇ ਨਹੀਂ ਦੇਣੇ। ਔਰ ਕੱਲ੍ਹ ਵੀ ਆਪਾਂ ਗੱਲਬਾਤ ਕਰਦੇ ਸੀਗੇ, ਸੋਨੀਆ ਫਰਸਨਾਓ ਤੁਸੀਂ ਵੀ ਆਏ ਸੀਗੇ, ਉਹ ਆਂਦੇ ਕਿ ਬਿਨਾਂ ਕਿਸੇ ਪਲਾਨ ਤੋਂ ਪੈਸੇ ਮੰਗਣੇ ਉਹੀ ਬੇਵਕੂਫੀ ਵਾਲੀ ਗੱਲ ਹੈ। ਸੋ ਇਹ ਸਾਰੇ ਕਸ਼ਮਕਸ਼ ਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ? ਦੇਖੋ, ਪਹਿਲੀ ਗੱਲ ਤਾਂ ਵੀ ਸਾਰਿਆਂ ਨੂੰ ਜਿਹੜੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਆਪਾਂ ਇੱਕ ਕੰਟਰੀ ਵਿੱਚ ਰਹਿ ਰਹੇ ਹਾਂ। ਉਹਦੇ ਅੰਡਰ ਇੱਕ ਕੈਨੇਡਾ ਹੈਲਥ ਐਕਟ 1985 ਦਾ, ਉਹਦੀਆਂ ਕੰਡੀਸ਼ਨਸ ਨੇ ਜਿਹੜੀਆਂ ਉਹ ਸਾਰੀਆਂ ਮੀਟ ਕਰਨੀਆਂ ਪੈਣੀਆਂ ਨੇ। ਇਹ ਸਿਰਫ ਕਿਸੇ ਵੀ ਇੱਕ ਪੋਲੀਟੀਕਲ ਪਾਰਟੀ ਦੇ ਵੱਸ ਦਾ ਕੰਮ ਨਹੀਂ, ਨਾ ਹੀ ਫੈਡਰਲ ਗਵਰਨਮੈਂਟ ਇਕੱਲੀ ਕਰ ਸਕਦੀ, ਨਾ ਹੀ
ਪ੍ਰੋਵਿੰਸ ਨੇ ਵੀ ਐਕਸਟਰਾ ਪੈਸੇ ਮੰਗਣੇ ਨੇ ਨੈਚੁਰਲੀ। ਜਦੋਂ ਪਾਪੂਲੇਸ਼ਨ ਇੰਨੀ ਆ ਗਈ ਹੈ ਤਾਂ ਉਹਨਾਂ ਨੇ ਕਹਿਣਾ ਵੀ ਸਾਨੂੰ ਫੰਡਿੰਗ ਕਰੋ, ਤੇ ਫੈਡਰਲ ਗਵਰਨਮੈਂਟ ਨੇ ਕਹਿਣਾ ਵੀ ਸਾਡੇ ਕੋਲ ਇੰਨੇ ਪੈਸੇ ਨੇ। 22% ਹੁਣ ਫੰਡਿੰਗ ਹੁੰਦੀ ਹੈ, ਉਹ ਚਾਹੁੰਦੇ ਨੇ ਵੀ 35% ਹੋਏ। ਪਰ ਪ੍ਰੋਵਿੰਸ ਜਿਹੜੀ ਹੈ ਨਾ, ਸਾਰੇ ਪ੍ਰੋਵਿੰਸ ਤਕਰੀਬਨ 40 ਤੋਂ 45% ਪੈਸਾ ਖਰਚ ਕਰਦੇ ਨੇ ਜਿਹੜਾ ਬਜਟ ਦਾ ਹੈਲਥ ਕੇਅਰ ਦੇ। ਸੋ ਪੈਸੇ ਤਾਂ ਹੈ ਨੇ ਉੱਥੇ, ਪਰ ਪੈਸਿਆਂ ਨੂੰ ਜਿਹੜਾ ਸ਼ਿਫਟ ਕਰਨਾ, ਰੀਆਰਗੇਨਾਈਜ਼ ਕਰਨਾ, ਉਹ ਇੰਪੋਰਟੈਂਟ ਹੈ। ਮੈਂ ਸਮਝਦਾ ਵੀ ਦੋਨਾਂ ਪਾਸਿਆਂ ਤੋਂ ਕੋਈ ਗੱਲ ਕੋਈ ਕਲੀਅਰ ਨਹੀਂ ਆਈ। ਦੇਖੋ ਡਿਮਾਂਡ ਤੇ ਇੰਪੋਰਟੈਂਟ ਹੈ, ਪਰ ਪਲਾਨ ਵੀ ਤੇ ਪ੍ਰੈਜੈਂਟੇਸ਼ਨ ਕਰਨ ਦੀ ਬੜੀ ਗੱਲ ਹੈ ਕਿ ਖਾਸ ਕਰਕੇ ਜਿਹੜੇ ਸੂਬੇ ਵਿੱਚ ਅਸੀਂ ਰਹਿ ਰਹੇ ਹਾਂ, ਜੇ ਇਸ ਸੂਬੇ ਦੇ ਵਿੱਚ ਰਹਿ ਕੇ ਤੇ ਠੀਕ ਹੈ ਵੀ ਤੁਸੀਂ ਲੋਕਾਂ ਨੂੰ ਤਾਂ ਇਹ ਪਤਾ ਹੋਵੇ ਵੀ ਸਾਡੇ ਬਾਰੇ ਕੀ ਸੋਚਦੇ ਪਏ ਹੋ ਤੁਸੀਂ। ਜੇ 9 ਲੱਖ ਬੰਦੇ ਕੋਲ ਫੈਮਿਲੀ ਡਾਕਟਰ ਨਹੀਂ ਹੈਗਾ, ਕੋਈ ਸੋਲੂਸ਼ਨ ਤਾਂ ਹੈ ਹੀ ਹੈ ਨਾ। ਇਹ ਤਾਂ ਨਹੀਂ ਹੈਗਾ ਵੀ ਇਹ ਕੰਮ ਇਸ ਤਰ੍ਹਾਂ ਹੀ ਚੱਲਣਾ, ਚਲੋ ਵੀ ਜਾਂ ਇਹ ਸਰਕਾਰ ਚਲੀ ਗਈ, ਅਗਲੀ ਆ ਜਾਏ ਜਾਂ ਉਸ ਤੋਂ ਅਗਲੀ ਆ ਜਾਏ, ਉਹ ਸੋਲਵ ਕਰਨਗੇ। ਇਹਨਾਂ ਨੇ ਕੰਪਰੀਹੈਂਸਿਵ ਪਲਾਨ ਨਹੀਂ ਸੋਲਵ ਕੀਤੀ, ਤੇ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗਾ ਮੈਂ ਵੀ ਕਿਹੜੇ ਤਰੀਕੇ ਨੇ। ਇੱਕ ਗੱਲ ਹੈ ਵੀ ਜਿਹੜੀ ਹੈ ਫੈਮਿਲੀ ਡਾਕਟਰਸ ਦਾ ਜਿਹੜਾ ਰੋਲ ਸੀ ਉਹ ਕਿਸ ਤਰ੍ਹਾਂ ਬਦਲ ਗਿਆ, ਉਹਨਾਂ ਰੋਲ ਕਿਸ ਤਰ੍ਹਾਂ ਡਿਲੂਟ ਹੋਇਆ, ਉਹਦੇ ਨਾਲ BC ਵਿੱਚ ਜਿਹੜਾ ਰੋਲ ਹੈ ਨਾ ਸ਼ਿਫਟ ਹੋ ਰਿਹਾ ਇਸ ਟਾਈਮ ਦੇ ਵਿੱਚ। ਤੇ ਉਹ ਜਿਹੜੇ ਨਾ ਇਹਨਾਂ ਦਾ ਜਿਹੜਾ ਕੰਪਨਸੇਸ਼ਨ ਪੈਕੇਜ ਹੈ, ਫੀ ਫਾਰ ਸਰਵਿਸ ਹੈ, ਜਿਹੜਾ ਫੀ ਫਾਰ ਸਰਵਿਸ ਸੀ, ਉਹ ਵੀ ਮਾਡਲ ਜਿਹੜਾ ਨਾ ਉਹ ਇਸ ਟਾਈਮ 'ਤੇ ਕੰਮ ਨਹੀਂ ਕਰਦਾ ਪਿਆ। ਉਹ ਵੀ ਇਹਨਾਂ ਨੂੰ ਵਿਚਾਰ ਕਰਨਾ ਪੈਣਾ, ਇਕੱਲੇ BC ਵਾਸਤੇ ਨਹੀਂ, ਕਿਸੇ ਵੀ ਪ੍ਰੋਵਿੰਸ ਵਾਸਤੇ। ਪਰ ਨਾਲ ਇਹ ਇੰਪੋਰਟੈਂਟ ਹੈ ਜਿਹੜਾ ਵੀ ਪਬਲਿਕ ਅਫੀਸ਼ੀਅਲ ਜਾਂ ਜਿਹੜੀ ਵੀ ਪੋਲੀਟੀਕਲ ਪਾਰਟੀ ਹੈ, ਜਿਹੜੇ ਵੀ ਇਹਨੂੰ ਥੋੜ੍ਹਾ ਜਿਹਾ ਟੱਚ ਕਰਨ ਦੀ ਟਰਾਈ ਕਰਨਗੇ, ਯੂਨੀਵਰਸੈਲਿਟੀ ਤੋਂ ਦੂਰ ਜਾਣ ਦੇ, ਉਹ ਪ੍ਰੋਬਲਮ 'ਚ ਆਉਣਗੇ। ਇਸੇ ਕਰਕੇ ਸਾਰੇ ਡਰਦੇ ਨੇ ਵੀ ਗੱਲ ਕਰਨ ਤੋਂ ਬਿਨਾਂ ਤੇ ਕੰਸਲਟੇਸ਼ਨ ਤੇ ਕਰਨੀ ਪੈਣੀ ਹੈ। ਸੋ ਇਹ ਜਿਹੜੀ ਇਨਹਿਬਿਸ਼ਨ ਹੈਗੀ ਹੈ, ਇਹਨੇ ਦੁਨੀਆ ਮਾਰਤੀ, ਇਹਨੇ ਸਿਸਟਮ ਖਰਾਬ ਕਰਤਾ। ਇਨਹਿਬਿਸ਼ਨ ਕਰਕੇ ਹੀ ਦਰਅਸਲ ਸਾਰਾ ਕੰਮ ਖਰਾਬ ਹੋ ਗਿਆ। ਖਰਾਬ ਇਸ ਪਲੱਸ ਹੈਗਾ ਵੀ ਜਿਹੜੀ ਹੈ ਨਾ, ਮੈਂ ਹੁਣ ਕਿਸੇ ਡਾਕਟਰਸ ਦੀ ਐਸੋਸੀਏਸ਼ਨ ਬਾਰੇ ਕਿਸੇ ਬਾਰੇ ਗੱਲ ਨਹੀਂ ਕਰਨੀ, ਮੈਂ ਤੁਹਾਨੂੰ ਆਮ ਬੰਦੇ ਦਾ ਵਿਚਾਰ ਦੇ ਰਿਹਾ ਵੀ ਫੈਸਲਾ ਤਾਂ ਕਰਨਾ ਹੀ ਪੈਣਾ ਵੀ 9 ਲੱਖ ਬੰਦੇ ਕੋਲ ਡਾਕਟਰ ਨਹੀਂ ਹੈਗਾ, ਫੈਮਿਲੀ ਡਾਕਟਰਸ ਕਿੱਥੇ ਨੇ, ਉਹਨਾਂ ਨੂੰ ਤੁਸੀਂ ਕਿਉਂ ਨਹੀਂ ਐਕਸਟਰਾ ਕੰਮ ਦੇ ਰਹੇ, ਉਹਨਾਂ ਨੂੰ ਐਕਸਟਰਾ ਇਨਸੈਂਟਿਵ ਦਿਓ। ਕੋਈ ਮਾਡਲ ਜੇ ਨਹੀਂ ਆਪ ਸਮਝ ਆ ਰਹੀ ਕਿਤੋਂ ਕਾਪੀ ਕਰ ਲਓ। ਬੜੇ ਨੇ ਦੁਨੀਆ ਵਿੱਚ ਮਾਡਲ, UK ਦਾ ਮਾਡਲ ਬੜਾ, ਬਾਕੀ ਜਿਹੜੀਆਂ G7 ਕੰਟਰੀਜ਼ ਨੇ ਐਕਸੈਪਟ USA ਨੂੰ ਛੱਡ ਕੇ ਬਾਕੀਆਂ ਦੇ ਮਾਡਲ ਚੰਗੇ ਨੇ। ਉਹਨਾਂ ਮਾਡਲ ਦੀ ਤੁਹਾਨੂੰ ਗੱਲ ਕਰਨੀ ਪੈਣੀ ਹੈ। ਆਪਣਾ ਜਿਹੜਾ ਸੂਬਾ ਸੀ, ਜਿਹੜਾ ਕੰਟਰੀ ਸੀ 85 ਵਰਗਾ ਤੇ ਹੁਣ ਹੈ ਨਹੀਂ। ਪਾਪੂਲੇਸ਼ਨ ਆਪਣੀ ਵੱਧ ਗਈ, ਆਪਣੀ ਏਜ ਗਰੁੱਪ ਵੱਧ ਗਿਆ। ਸੈਂਸਸ ਜਿਹੜੇ ਨੇ ਮੇਰੇ ਖਿਆਲ ਅੱਜ ਜਾਂ ਕੱਲ੍ਹ ਦੇ ਵਿੱਚ ਆਉਣ ਵਾਲੇ ਨੇ। ਤੁਸੀਂ ਨੋਟ ਕਰੋਗੇ ਵੀ ਜਿਹੜੀ ਪਾਪੂਲੇਸ਼ਨ ਹੈ 65 75 ਤੋਂ ਉੱਪਰ ਵੱਧ ਜਾਣੀ ਹੈ। ਕੇਅਰ ਹੋਮ ਵਿੱਚ ਲੋਕਾਂ ਦੀ ਜ਼ਿਆਦਾ ਪ੍ਰੈਜ਼ੈਂਸ ਹੋ ਗਈ। ਅਤੇ ਡਿਊਰਿੰਗ ਜਿਹੜੇ COVID-19 ਦਾ 2 ਸਾਲਾਂ ਦੇ ਵਿੱਚ ਜਿਹੜਾ ਬੈਕਲੌਗ ਹੈ, ਉਹਦੀ ਤਾਂ ਅਜੇ ਕਿਸੇ ਨੇ ਗੱਲ ਹੀ ਨਹੀਂ ਕੀਤੀ। ਉਹ ਸਾਰੀ ਪਰੇਸ਼ਾਨੀ ਕਿਹਦੇ 'ਤੇ ਆ ਰਹੀ ਹੈ? ਉਹ ਡਾਕਟਰਾਂ 'ਤੇ ਆ ਰਹੀ ਹੈ। ਡਾਕਟਰ ਕਿਹੜਾ ਬਾਟਮ 'ਤੇ, ਕਿਹੜਾ ਸਭ ਤੋਂ ਥੱਲੇ? ਫੈਮਿਲੀ ਡਾਕਟਰ। ਜੇ ਕਿਸੇ ਨੂੰ ਕੋਈ ਪ੍ਰੋਬਲਮ ਦੀ ਫੈਮਿਲੀ ਡਾਕਟਰ 'ਤੇ ਗੱਲ ਪੈਣਾ। ਜੇ ਹਸਪੀਟਲ ਵਾਲੇ ਕਹਿੰਦੇ ਨੇ ਫੈਮਿਲੀ ਡਾਕਟਰ ਕੋਲ ਜਾਓ, ਜੇ ਕੋਈ ਫਿਜ਼ੀਓਥੈਰੇਪਿਸਟ ਜਾਂ ਕਿਸੇ ਵੀ ਹੈਲਥ ਕੇਅਰ ਪ੍ਰੋਫੈਸ਼ਨਲ ਕੋਲ ਜਾਣਾ, ਉਹਨੇ ਕਹਿਣਾ ਡਾਕਟਰ ਤੋਂ ਨੋਟ ਲੈ ਕੇ ਆਓ। ਸਿਰਫ ਇਕੱਲਾ ਫੈਮਿਲੀ ਡਾਕਟਰ ਦਾ ਇੰਨੀ ਰਿਸਪੋਂਸੀਬਿਲਿਟੀ ਤੁਸੀਂ ਪਾ ਕੇ ਦਬਾਅ ਪਾ ਰਹੇ ਹੋ ਇਨਡਾਇਰੈਕਟਲੀ, ਤਾਂ ਉਹ ਠੀਕ ਗੱਲ ਨਹੀਂ, ਉਹਦੇ ਨਾਲ ਗੱਲ ਨਹੀਂ ਬਣਨੀ। ਪਰ ਜਿਹੜੀ ਕੰਪਰੀਹੈਂਸਿਵ ਜਿਹੜੀ ਪਾਲਿਸੀ ਹੈ, ਮੈਂ ਤੁਹਾਡੇ ਨਾਲ ਅਗਲੇ ਟਾਈਮ ਵਿੱਚ ਕਰਾਂਗਾ ਗੱਲ ਵੀ ਕਿਸ ਤਰ੍ਹਾਂ ਸਾਲਵ ਹੋ ਸਕਦਾ ਇੱਕ ਸੋਲੂਸ਼ਨ ਕਿਹੜਾ। ਚਲੋ ਖੈਰ, ਆਪਾਂ ਖਬਰਾਂ ਤੋਂ ਬਾਅਦ ਪਰਤਾਂਗੇ। ਔਰ ਵਿਸ਼ੇਸ਼ ਕਰਕੇ ਡਾਕਟਰ ਚੀਮਾ ਹੁਣੀ ਅੱਜ ਸਟੂਡੀਓ 'ਚ ਪਹੁੰਚੇ ਨੇ ਕਿ ਸਾਡੇ ਮਨ ਦੇ ਵਿੱਚ ਕਈ ਕਿਸਮ ਦੀਆਂ ਗੱਲਾਂ ਬਾਤਾਂ, ਰੋਸੇ ਲਾਂਭੇ ਹੁੰਦੇ ਨੇ ਕਿ ਡਾਕਟਰ ਆ ਨਹੀਂ ਕਰਦੇ, ਡਾਕਟਰ ਆ ਨਹੀਂ ਕਰਦੇ, ਅਟੈਂਡ ਨਹੀਂ ਕਰਦੇ, ਦੇਰੀਆਂ ਹੋ ਰਹੀਆਂ ਨੇ, ਬੁਰਾ ਹਾਲ ਹੈ। ਔਰ ਉਹ ਸਾਰੇ ਦਾ ਸਾਰਾ ਜਿਹੜਾ ਕਈ ਵਾਰੀ ਆਪਾਂ ਭਾਂਡਾ ਜਿਹੜਾ ਉਹ ਫੈਮਿਲੀ ਡਾਕਟਰ ਦੇ ਸਿਰ ਦੇ ਵਿੱਚ ਭੰਨਣ ਦਾ ਯਤਨ ਕਰਦੇ ਹਾਂ। ਪਰ ਹਕੀਕਤ ਕੀ ਹੈ, ਇਹਦੇ ਬਾਰੇ ਵਿਸ਼ੇਸ਼ ਕਰਕੇ ਸਟੂਡੀਓ 'ਚ ਪਹੁੰਚੇ ਨੇ। ਦਿਸ ਇਜ਼ ਨਾਟ ਹਿਜ਼ ਪਰਸਨਲ ਸਟੋਰੀ ਐਂਡ ਦਿਸ ਇਜ਼ ਨਾਟ ਅ ਪੋਲੀਟੀਕਲ ਟਾਕ। ਇਹ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਕਿ ਕੱਲ੍ਹ ਜਦੋਂ ਕਿ ਪ੍ਰੀਮੀਅਰਸ ਮੀਟ ਦੇ ਵਿੱਚ ਇਸ ਮੁੱਦੇ ਬਾਰੇ ਖਾਸ ਚਰਚਾ ਹੋਈ, ਅਤੇ ਅਸੀਂ ਚਾਹ ਰਹੇ ਸਾਂ ਕਿ ਇਹਦੇ ਬਾਰੇ ਥੋੜ੍ਹਾ ਬਹੁਤਾ ਹਕੀਕਤ ਕੀ ਹੈ ਉਹਦੇ ਉੱਤੇ ਵਿਚਾਰਨਾ ਪੈ ਜਾਵੇ। ਡਾਕਟਰ ਸਾਹਿਬ, ਆਪਣੇ ਕੋਲ ਸਮਾਂ ਰਹਿ ਗਿਆ ਸਿਰਫ 4 ਮਿੰਟ। ਮੈਂ ਚਾਹਾਂਗਾ ਕਿ ਇੱਕ ਵਾਰ ਫੇਰ, ਕਿਉਂਕਿ ਸਾਡੀ ਸਮੇਂ ਦੀ ਸਰਕਾਰ, ਜਿਵੇਂ ਹੋਰਗਨ ਸਾਹਿਬ ਆਮ ਕਰਕੇ ਉਹਨਾਂ ਦੇ ਫੈਡਰਲ ਸਰਕਾਰ ਨਾਲ ਤਾਲੁਕਾਤ ਚੰਗੇ ਨੇ, ਮਿਸਟਰ ਟਰੂਡੋ ਨਾਲ ਵਧੀਆ ਨੇ, ਲੇਕਿਨ ਦੱਸਦੇ ਨੇ ਕਿ ਕੱਲ੍ਹ ਬਹੁਤ ਤਿੱਖਾ ਬੋਲੇ, ਉਹ ਕਰਾਰਾ ਬੋਲੇ ਕਿ ਪੈਸੇ ਦਿਓ, ਪੈਸੇ ਨਹੀਂ ਦਿੰਦੇ। ਔਰ ਜਦੋਂ ਜਿਹੜੇ ਸੰਬੰਧਿਤ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਬਈ ਪੈਸੇ ਤਾਂ ਅਸੀਂ ਭੇਜਦੇ ਹਾਂ, ਤਾਂ ਰਿਸਪੌਂਸ ਉਹ ਕਹਿੰਦੇ ਦੇਰ ਨਾਲ ਆਇਆ ਹੈਗਾ। ਅੱਜ ਸਾਡੀ ਪ੍ਰੀਮੀਅਰ ਦੀ ਮੀਟ ਹੋਣੀ ਸੀਗੀ, ਅੱਜ ਫੋਨ ਆਇਆ, ਇਹ ਕੋਈ ਗੱਲ ਥੋੜ੍ਹੀ ਹੋਈ, ਵਗੈਰਾ ਵਗੈਰਾ। ਯਾਨੀ ਇਸ ਕਿਸਮ ਦੀ ਜਿਹੜੀ ਉਹਨਾਂ ਨੇ ਮਿਹਣੋ ਮਿਹਣੀ ਵਾਲਾ ਕੰਮ ਮਾਹੌਲ ਬਣਾ ਲਿਆ। ਵੀ ਹੈਵ ਅ ਵੈਰੀ ਏਬਲ ਹੈਲਥ ਮਿਨਿਸਟਰ ਏਡਰੀਅਨ ਡਿਕ ਸਾਹਿਬ।
ਸੋ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਗੱਲਾਂ ਔੜਦੀਆਂ ਨਹੀਂ, ਪਤਾ ਨਹੀਂ ਲੱਗਦੀਆਂ ਕਿ ਲਾਈਕ ਯੂ ਸੈਡ ਕਿ ਪ੍ਰੋਬਬਲੀ ਦੇ ਹੈਵ ਸਮ ਅਦਰ ਰੀਜ਼ਨ ਨਾਟ ਟੂ ਐਕਟ ਔਨ ਇਟ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਕੋਈ ਪਿਛਲੇ ਸਾਲ 2 ਸਾਲ ਤੱਕ ਤੇ ਕੋਵਿਡ-19 ਕਰਕੇ ਸਾਰੇ ਉਸ ਕੰਮ 'ਚ ਫਸੇ ਰਹੇ ਨੇ, ਅਤੇ ਮੈਂ ਸਮਝਦਾ ਵੀ ਏਡੀਐਨ ਡਿਕਸ ਜਾਂ ਇਹ ਜਿਹੜੀ ਮੌਜੂਦਾ ਸਰਕਾਰ ਇਹਨਾਂ ਨੇ ਉਸ ਚੀਜ਼ ਨੂੰ ਬੜੇ ਸੋਹਣੇ ਤਰੀਕੇ ਨਾਲ ਕੀਤਾ ਹੈਂਡਲ। ਉਹ ਸਵਾਲ ਨਹੀਂ, ਕੋਈ ਕਿੰਤੂ ਪਰੰਤੂ ਨਹੀਂ ਹੈਗਾ। ਪਰ ਜਦੋਂ ਇਹਨਾਂ ਨੂੰ ਦਿਸਦਾ ਪਿਆ ਵੀ ਇਹ ਸਾਡੀ ਪ੍ਰੋਬਲਮ ਹੈਗੀ ਹੈ, ਤੁਹਾਨੂੰ ਪਤਾ ਵੀ ਵੱਡੇ ਟਰੱਕ ਆ ਰਹੇ ਨੇ ਸਾਹਮਣੇ, ਤੁਸੀਂ ਜਾ ਕੇ ਸਿਰ ਕਿਉਂ ਮਾਰਦੇ ਹੋ ਉਹਨਾਂ 'ਚੋਂ? ਪਰੇ ਹਟ ਜਾਓ। ਜੇ ਨਹੀਂ ਤੁਹਾਨੂੰ ਪਤਾ, ਕਿਸੇ ਨਾਲ ਸਲਾਹ ਕਰ ਲਓ। ਤੁਹਾਡੇ ਕੋਲੋਂ ਤੁਹਾਡੀ ਪਾਰਟੀ ਦੇ ਹੀ ਕੈਪੇਬਲ MLA ਨੇ ਆਪਣੇ ਜਗਰੂਪ ਬਰਾੜ, ਹੀ ਇਜ਼ ਵੈਰੀ ਕੈਪੇਬਲ। ਪਤਾ ਉਹਨਾਂ ਨੂੰ, ਉਹਨਾਂ ਕਾਲਜ ਆਫ ਫਿਜ਼ੀਸ਼ੀਅਨ ਦੇ ਵਿੱਚ ਵੀ ਉਹਨਾਂ ਨੇ ਕਮੇਟੀ 'ਤੇ ਕੰਮ ਕੀਤਾ। ਆਪਣੇ ਹੈਰੀ ਬੈਂਸ ਨੂੰ ਸਾਰੀ ਗੱਲ ਦੀ ਸਮਝ ਹੈ। ਆਪਣੇ ਜਿੰਨੇ ਵੀ ਪੰਜਾਬੀ MLA ਨੇ, ਮੈਂ ਰਵੀ ਕਾਲਨ ਨੂੰ ਵੀ ਗੱਲ ਕੀਤੀ ਸੀ, ਮੈਂ ਇਹਨਾਂ ਨੂੰ 2-3 ਮੈਸੇਜ ਵੀ ਭੇਜੇ ਨੇ ਵੀ ਤੁਸੀਂ ਇਸ ਚੀਜ਼ ਨੂੰ ਗੱਲ ਸੋਲਵ ਕਰੋ। ਇਹ ਪ੍ਰੋਬਲਮ ਸੋਲਵ ਕਰਨ ਵਾਸਤੇ ਇਹਨਾਂ ਨੂੰ ਕੰਪਰੀਹੈਂਸਿਵ ਅਪਰੋਚ ਬਣਾਉਣੀ ਪੈਣੀ ਹੈ। ਉਹ ਹੈਗੀ ਓਵਰਆਲ ਸੂਬੇ ਦੇ ਵਿੱਚ ਕੋਈ ਸਟਰਕਚਰ ਕਾਇਮ ਕਰਨਗੇ, 2-3 ਮਹੀਨਿਆਂ ਵਿੱਚ ਆਪਣੀ ਕੰਸਲਟੇਸ਼ਨ ਕਰਕੇ, ਲੋਕਾਂ ਨਾਲ ਸਲਾਹ ਕਰਕੇ ਫਿਰ ਉਹ ਪਾਲਿਸੀ ਲਿਆਉਣ। ਇਹ ਜਿਹੜਾ ਮਾਡਲ ਹੈ ਕਿਤੋਂ ਹੋਰ ਕਾਪੀ ਕਰ ਲੈਣ। ਚੰਗੀ ਕਾਪੀ ਕਰਨ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ। ਜੇ ਤੁਹਾਨੂੰ ਨਹੀਂ ਪਤਾ, ਕਿਸੇ ਹੋਰ ਨੂੰ ਪੁੱਛ ਲਓ। ਜੇ ਇਹ ਤਾਂ ਨਹੀਂ ਕਹਿ ਸਕਦੇ ਵੀ 100% ਇਹਨਾਂ ਨੂੰ ਸਮਝ ਨਹੀਂ ਆਏਗੀ, ਸਾਰੀ ਗੱਲ ਦਾ ਪਤਾ। ਮੇ ਵੀ ਇਹਨਾਂ ਦੀਆਂ ਹੋਰ ਮੁਸ਼ਕਲਾਂ ਨੇ, ਪਰ ਜਿਹੜਾ ਹੈਲਥ ਕੇਅਰ ਦੇ ਵਿੱਚ ਜੇ ਕੋਈ ਕਹਿ ਰਿਹਾ ਵੀ ਇਹਨਾਂ ਫੰਡਿੰਗ ਨਹੀਂ ਹੈਗੀ, ਉਹ ਵੀ ਠੀਕ ਨਹੀਂ ਹੈਗਾ। ਜਦੋਂ ਤੁਹਾਡਾ 45-48% ਬਜਟ ਹੈ ਉਹ ਜਾ ਰਿਹਾ ਹੈਲਥ ਕੇਅਰ ਦੇ ਵਿੱਚ, ਉਹ ਫਿਰ ਕਿਤੇ ਨਾ ਕਿਤੇ ਤੇ ਗੜਬੜ ਹੈ ਹੀ ਹੈ। ਜਦੋਂ ਆਪਾਂ G7 ਕੰਟਰੀ ਜਾਂ OECD ਜਿਹੜੀਆਂ ਨੇ ਆਪਣੀਆਂ ਡਿਵੈਲਪ ਨੇਸ਼ਨ ਨੇ, ਉਹਨਾਂ ਵਿੱਚੋਂ ਬਹੁਤ ਅੱਗੇ ਜਾ ਕੇ ਪੈਸਾ ਸਾਡਾ ਖਰਚ ਹੁੰਦਾ, ਪਰ ਸਾਡੀ ਜਿਹੜੀ ਲੋਕਾਂ ਤੱਕ ਜਿਹੜਾ ਨਾ ਉਸ ਚੀਜ਼ ਨੂੰ ਪਹੁੰਚਦਾ ਨਹੀਂ ਪਿਆ। ਕਿਤੇ ਨਾ ਕਿਤੇ ਤੇ ਗੜਬੜ ਹੈਗੀ ਹੈ। ਪਰ ਜੇ ਤੁਸੀਂ ਕਹੋ ਵੀ 100% ਸਿਸਟਮ ਗੜਬੜ, ਉਹ ਵੀ ਠੀਕ ਨਹੀਂ। ਆਪਣਾ BC ਕੈਂਸਰ ਏਜੰਟ, ਜਿਹੜਾ ਕੈਂਸਰ ਕੇਅਰ ਦੀ, ਐਮਰਜੈਂਸੀ ਕੇਅਰ ਦੀ, ਕਾਰਡੀਅਕ ਕੇਅਰ, ਇਹ ਸਾਰਾ ਐਕਸਲੈਂਟ ਹੈ। ਪਰ ਜਿਹੜਾ ਗੈਪ ਹੈ, ਉਸ ਗੈਪ ਨੂੰ ਇਹਨਾਂ ਨੂੰ ਬੰਦ ਕਰਨਾ ਪੈਣਾ। ਉਹ ਤਾਂ ਹੋਣਾ ਜੇ ਇਹਨਾਂ 'ਚ ਹਿੰਮਤ ਹੋਏਗੀ ਗੱਲਬਾਤ ਕਰਨ ਦੀ। ਸਾਰੀਆਂ ਪੋਲੀਟੀਕਲ ਪਾਰਟੀਜ਼ ਨਾਲ ਗੱਲ ਕਰਕੇ ਇਹਨੂੰ ਗੱਲ ਕਰਨ, ਅਤੇ ਮੈਂ ਸਮਝਦਾ ਵੀ ਇਹਦੇ ਵਿੱਚੋਂ ਕਿਹਨੂੰ ਉਹਨਾਂ ਨੇ ਪੈਸੇ ਨਹੀਂ ਦਿੱਤੇ, ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਇਹ ਗੱਲਾਂ ਕਿਤੇ ਟਾਈਮ ਵੇਸਟ ਹੁੰਦਾ। ਚਾਹੀਦਾ ਵੀ ਪਾਲਿਸੀ ਹੋਏ ਤੁਹਾਡੇ ਕੋਲ, ਇਹ ਪਾਲਿਸੀ ਉੱਥੇ ਰੱਖੋ। ਜਿਹੜੀ ਹੈ ਫੈਮਿਲੀ ਪ੍ਰੈਕਟਿਸ ਦੀ ਜਿਹੜੀ ਹੈ ਵਾਸਤੇ ਪਾਲਿਸੀ ਬੜੀ ਸਿੰਪਲ ਹੈ। ਰੈਜ਼ੀਡੈਂਸੀ ਪੋਜੀਸ਼ਨਸ ਕ੍ਰੀਏਟ ਕਰੋ। 2-3 ਸਾਲ ਵਾਸਤੇ ਸਰੀ ਵਿੱਚ ਹਸਪੀਟਲ ਆ ਰਿਹਾ, ਉੱਥੇ ਪ੍ਰੋਗਰਾਮ ਇਸਟੈਬਲਿਸ਼ ਕਰ ਲਓ। ਆਲਰੇਡੀ ਸਰੀ ਦੇ ਵਿੱਚ ਫੈਮਿਲੀ ਪ੍ਰੈਕਟਿਸ ਟੀਚਿੰਗ ਪ੍ਰੋਗਰਾਮ ਹੈਗੇ। ਤੁਹਾਡੇ ਕੋਲ ਮੈਂਟਰਸ਼ਿਪ ਲਈ ਫਿਜ਼ੀਸ਼ੀਅਨਸ ਹੈਗੇ ਨੇ ਸਰੀ ਦੇ ਵਿੱਚ, ਐਵਸਫੋਰਡ ਜਾਂ ਲੈਂਗਲੀ ਵਿੱਚ ਹੈਗੇ ਨੇ। ਇੱਥੇ ਪ੍ਰੋਗਰਾਮ ਲਿਆਓ, ਜੇ ਰੋਜ਼ ਤੇ ਇਹਦੇ ਨਾਲ ਫਰਕ ਪੈ ਜਾਏਗਾ। 2-3 ਸਾਲਾਂ ਵਿੱਚ ਇਹ ਪ੍ਰੋਬਲਮ ਉਨੀ ਦੇਰ ਤੱਕ ਕੋਈ ਨਾ ਕੋਈ ਹੋਰ ਵੀ ਹੱਲ ਆਏਗਾ। ਪਰ ਗੱਲ ਹੈਗਾ ਕਿ ਜਦੋਂ 1 ਲੱਖ ਬੰਦਾ ਸਾਲ ਦਾ ਵਧਣਾ, ਤਾਂ ਉਹਨੂੰ ਸਰਵਿਸ ਦੇਣ ਵਾਸਤੇ ਵੀ ਕੰਮ ਕਰਨਾ ਪੈਣਾ। ਹੁਣ ਹਸਪੀਟਲ ਦੇ ਵੀ ਬੈੱਡਸ ਦੀ ਸ਼ਾਰਟੇਜ ਆਉਣੀ ਹੈ, ਡਾਕਟਰ ਦੀ ਸ਼ਾਰਟੇਜ ਹੈਗੀ ਹੈ। ਪਰ ਅਖੀਰ ਦੇ ਵਿੱਚ ਮੈਂ ਗੱਲ ਕਹਾਂਗਾ ਵੀ ਜਿਹੜਾ ਸਾਰਾ ਗੁੱਸਾ ਉਹ ਲੋਕਾਂ ਦਾ ਫੈਮਿਲੀ ਡਾਕਟਰ 'ਤੇ ਹੁੰਦਾ, ਅਤੇ ਉਹਨਾਂ ਨੂੰ ਪਹਿਲਾਂ ਸ਼ਾਬਾਸ਼ ਮਿਲਦੀ ਸੀ, ਉਹਨਾਂ 'ਤੇ ਹੁਣ ਲੋਕੀ ਗੁੱਸਾ ਕਰਦੇ ਨੇ ਵੀ ਡਾਕਟਰ ਨਹੀਂ। ਮੈਂ ਇੱਕ ਗੱਲ ਆਪਣੇ ਕੋਲ ਹੁਣ ਮਿੰਟ ਇੱਕ ਹੀ ਰਹਿ ਗਿਆ ਸਿਰਫ, ਫੈਮਿਲੀ ਡਾਕਟਰ ਵੀ ਇੰਨਾ ਖੁੱਲ੍ਹ ਕੇ ਆਪਣਾ ਦਰਦ ਦੱਸਦੇ ਨਹੀਂ ਹਨ, ਬਿਆਨ ਨਹੀਂ ਕਰਦੇ। ਤੁਸੀਂ ਤਾਂ ਬੋਲਦੇ ਹੋ, ਪਰ ਮੋਸਟ ਆਫ ਪੀਪਲ ਦੇ ਚੂਜ਼ ਟੂ ਸਟੇ ਕੁਆਇਟ। ਪਤਾ ਕੀ ਹੁੰਦਾ, ਹਰ ਕੋਈ ਨੂੰ ਡਰ ਹੈ, ਪਤਾ ਨਾ ਕੋਈ ਗੁੱਸੇ ਨਾ ਹੋ ਜਾਏ, ਕੋਈ ਤੁਹਾਡੇ 'ਤੇ ਕੋਈ ਪ੍ਰੋਬਲਮ ਹੀ ਕਿਉਂ ਨਹੀਂ। ਅਸੀਂ ਆਪਣਾ ਕੰਮ ਕਰਨੇ ਪਏ ਹਾਂ, ਇਮਾਨਦਾਰੀ ਨਾਲ ਕੰਮ ਕਰਨੇ ਆ, ਆਪਣੇ ਲੋਕਾਂ ਦੀ ਸਰਵਿਸ ਕਰਨੇ ਆ, ਪੇਸ਼ੈਂਟ ਦੀ ਸਰਵਿਸ ਕਰਨੇ ਆ। ਪਰ ਜੇ ਕੋਈ ਡੈਫੀਸ਼ੀਐਂਸੀ ਹੈਗੀ ਤਾਂ ਉੱਥੇ ਡੈਸਕ ਦੇ ਮਗਰ ਬਹਿ ਕੇ ਗਾਲਾਂ ਕੱਢਣ ਦਾ ਤਾਂ ਕੋਈ ਮਤਲਬ ਨਹੀਂ ਨਾ। ਗੱਲ ਸ਼ੇਅਰ ਕਰੋ ਲੋਕਾਂ ਨਾਲ, ਇੱਕ ਚੀਜ਼ ਨੂੰ ਸਮਝੋ। ਅਤੇ ਮੈਂ ਸਮਝਦਾ ਵੀ ਅੱਜ ਦੀ ਤੁਹਾਡਾ ਜਿਹੜਾ ਸਟੇਸ਼ਨ ਦੇ ਵਿੱਚ ਪਿਛਲੇ ਮੇਰੇ ਖਿਆਲ 3-4 ਮਹੀਨਿਆਂ ਤੋਂ ਆਪਾਂ ਗੱਲ ਕੀਤੀ ਹੈ, ਬਹੁਤ ਵਾਰੀ ਬਾਰ-ਬਾਰ ਉਹ ਗੱਲ ਕੀਤੀ ਹੈ। ਮੈਂ ਇਹ ਵੀ ਕਲੀਅਰ ਕਰ ਦੇਣਾ, ਮੇਰਾ ਕੋਈ ਫੈਮਿਲੀ ਨਹੀਂ ਮੈਂਬਰ ਕਿ ਜਿਹੜਾ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟ ਘਰ ਬੈਠਾ ਅਤੇ ਜਿਹਦੇ ਵਾਸਤੇ ਮੈਂ ਟ੍ਰੇਨਿੰਗ ਮੰਗਣਾ ਪਿਆ। ਇਹ ਵੀ ਕਈ ਵਾਰੀ ਹੁੰਦਾ ਲੋਕਾਂ ਦਾ ਵੀ ਇਹਦੇ ਵਿੱਚ ਇਹਨਾਂ ਦਾ ਮੇਰਾ ਕੋਈ ਇਹਦੇ ਵਿੱਚੋਂ ਪਰਸਨਲ ਇੰਟਰਸਟ ਨਹੀਂ। ਇੱਕੋ ਮੇਰਾ ਇੰਟਰਸਟ ਹੈ ਪਰਸਨਲ, ਕਿ ਕਮਿਊਨਿਟੀ ਸਾਡੀ ਨੂੰ, ਜਿਹੜੇ ਬੱਚਿਆਂ ਨੂੰ ਲੋਕਾਂ ਨੇ ਲੱਖਾਂ ਡਾਲਰ ਦੇ ਕੇ ਬਾਹਰ ਪੜ੍ਹਾਏ ਨੇ, ਉਹ ਘਰ ਬੈਠੇ ਨੇ, ਅਤੇ ਉਹਨਾਂ ਦੇ ਵਾਸਤੇ ਅਸੀਂ ਗੱਲ ਕਰਨੀ ਚਾਹੁੰਦੇ। ਡਾਕਟਰ ਸਾਹਿਬ, ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਕਮਾਲ ਲਫ਼ਜ਼ਾਂ ਦੇ ਨਾਲ ਤੁਸੀਂ ਸਾਰੀ ਇਸ ਮੁਸ਼ਕਲ ਨੂੰ ਬਿਆਨ ਕੀਤਾ ਹੈ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਅੱਜ ਦਾ ਇਹ ਪ੍ਰੋਗਰਾਮ ਅਜਾਈ ਨਹੀਂ ਜਾਏਗਾ। ਇਹ ਉੱਥੇ ਪਹੁੰਚੇਗਾ ਜਿੱਥੇ ਕਿ ਅਸੀਂ ਸਾਰੇ ਰਲ ਮਿਲ ਕੇ ਪਹੁੰਚਦਾ ਕਰਨਾ ਚਾਹੁੰਦੇ ਹਾਂ। ਜੇ ਸਾਨੂੰ ਲੋੜ ਪਈ ਤਾਂ ਆਪਾਂ ਵਿਲ ਗੋ ਫਾਰ ਅ ਸੀਰੀਜ਼ ਆਫ ਟਾਕ। ਇਹਦੇ ਕੁਝ ਹੋਰ ਵੀ ਰੰਗ ਸਾਹਮਣੇ ਲੈ ਕੇ ਆਵਾਂਗੇ, ਔਰ ਬਲਕਿ ਜਿਹੜੀ ਸੱਤਾਧਾਰੀ ਧਿਰ ਹੈਗੀ ਹੈ ਸਰਕਾਰ ਵਾਲੇ ਪਾਸਿਓਂ ਵੀ, ਜੇਕਰ ਏਡੀਐਨ ਡਿਕ ਸਾਹਿਬ ਜਾਂ ਕੋਈ ਹੋਰ ਮਤਲਬ ਨੁਮਾਇੰਦਾ ਆਉਣਾ ਚਾਹਿਆ ਤਾਂ ਵਿਲ ਆਸਕ ਮੋਰ ਟਾਈਮ ਫਰੋਮ ਯੂ,
ਤਾਂ ਕਿ ਲੋਕਾਂ ਨੂੰ ਸਮਝ ਆਵੇ ਔਰ ਜਿਨ੍ਹਾਂ ਨੇ ਫੈਸਲੇ ਲੈਣੇ ਉਹਨਾਂ ਨੂੰ ਸਮਝ ਆਵੇ। ਤੁਹਾਡਾ ਤੁਸੀਂ ਸਟੂਡੀਓ 'ਚ ਆਉਣ ਲਈ ਅੱਜ ਬਹੁਤ ਬਹੁਤ ਧੰਨਵਾਦ। ਮੈਂ ਇਸ ਤੋਂ ਪਹਿਲਾਂ ਜਾਵਾਂ, ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਵੀ ਜਿਹੜੇ ਸਾਡੇ ਮੌਜੂਦਾ ਨੇ ਮੰਤਰੀ, ਸਿਹਤ ਮੰਤਰੀ, ਉਹਨਾਂ ਦੀ ਕੈਪੇਬਿਲਿਟੀ ਦੇ ਕਿਸੇ ਨੂੰ ਕੋਈ ਸ਼ੱਕ ਨਹੀਂ, ਉਹਨਾਂ ਦੀ ਕਮਿਊਨਿਟੀ ਪਾਰਟਿਸਿਪੇਸ਼ਨ ਤੇ ਕਿਸੇ ਨੂੰ ਕਿੰਤੂ ਪਰੰਤੂ ਨਹੀਂ। ਪਰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਵੀ ਉਹਨਾਂ ਨੂੰ ਇਨਹਿਬਿਸ਼ਨ ਕਿਸ ਗੱਲ ਦੀ ਹੈਗੀ ਹੈ, ਕਿਸ ਗੱਲ ਤੋਂ ਉਹ ਡਰਦੇ ਕਿਉਂ ਨੇ ਇਸ ਗੱਲ ਬਾਰੇ ਗੱਲ ਕਰਨ ਤੋਂ। ਲੋਕਾਂ ਨਾਲ ਕੰਸਲਟੇਸ਼ਨ ਕਰਨ। Maybe he's too tired. He was there for 2 years straight, every day telling people ਕਿ ਉਹ ਵੈਕਸੀਨ ਕਿਹੜੀ ਕੀ ਕਰਨਾ ਸਾਰਾ ਕੁਝ ਤੱਕ ਹੀ। ਪੋਸੀਬਲ। ਥੈਂਕ ਯੂ ਡਾਕਟਰ ਸਾਹਿਬ, ਸ਼ੁਕਰੀਆ ਵਨਸ ਅਗੇਨ। ਥੈਂਕ ਯੂ ਜੀ। ਹੁਣ ਸਮਾਂ ਹੋ ਗਿਆ ਜੀ ਖਬਰਾਂ ਦਾ, ਤੇ ਖਬਰਾਂ ਤੋਂ ਪੱਟ ਕੇ ਆਪਾਂ ਇੱਕ ਵੱਖਰੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਇਹ ਗੱਲ ਵਿਸ਼ੇਸ਼ ਗੱਲਬਾਤ ਸੀਗੀ, ਡਾਕਟਰ ਗੁਲਜ਼ਾਰ ਸਿੰਘ ਚੀਮਾ ਹੋਣੀ ਸਟੂਡੀਓ 'ਚ ਆ ਕੇ ਕਰ ਰਹੇ ਸਨ। First, fast